गुरु तेग बहादुर सिमरिए घर नौ निध आवे ताए सब थाई होए जी सहाय। गुरु तेग बहादुर जी दे 100 साला गुरपुरब ਨੂੰ ਸਮਰਪਿਤ ਅੱਜ ਅਸੀਂ ਇਹਨਾਂ ਦੇ ਜੀਵਨ ਦੀ ਗਾਥਾ ਸਰਵਣ ਕਰਾਂਗੇ। ਇਹਨਾਂ ਦਾ ਆਗਮਨ 1 ਅਪ੍ਰੈਲ 1621 ਈਸਵੀ ਨੂੰ ਸਥਾਨ ਗੁਰੂ ਕਾ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਦੇ ਪਿਤਾ ਜੀ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਰਚੈਤੇ ਧੰਨ ਧੰਨ ਗੁਰੂ ਹਰਗੋਬਿੰਦ ਜੀ ਸਾਹਿਬ ਸਨ। ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਹੈ। ਆਪ ਜੀ ਆਪਣੇ ਮਾਤਾ ਪਿਤਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਛੋਟੇ ਸਪੁੱਤਰ ਇਸ ਲਈ ਆਖਿਆ ਗਿਆ ਹੈ, ਆਪ ਜੀ ਦੇ 5 ਵੱਡੇ ਭੈਣ ਭਰਾ ਵੀ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਭਾਈ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਬੀਬੀ ਵੀਰੋ ਇੱਕ ਇਹਨਾਂ ਦੀ ਭੈਣ ਸੀ। ਸਤਿਗੁਰ ਤੇਗ ਬਹਾਦਰ ਜੀ ਸ਼ੁਰੂ ਤੋਂ ਹੀ ਬੈਰਾਗ ਵਿੱਚ ਰਹਿੰਦੇ ਸਨ। ਆਪ ਜੀ ਬਹੁਤ ਘੱਟ ਬੋਲਦੇ ਸਨ ਤੇ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਸਨ। ਆਪ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਾਰੀ ਬਾਣੀ ਬਹੁਤ ਹੀ ਵੈਰਾਗਮਈ ਹੈ। 59 ਸ਼ਬਦ ਤੇ 57 ਸਲੋਕ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਆਪ ਜੀ ਦਾ ਵਿਆਹ 13 ਸਾਲ ਦੀ ਉਮਰ ਦੇ ਵਿੱਚ ਬਾਬਾ ਬਕਾਲਾ ਦੇ ਲਾਲ ਚੰਦ ਜੀ ਦੀ ਪੁੱਤਰੀ ਗੁਜਰ ਕੌਰ ਦੇ ਨਾਲ ਹੋ ਗਿਆ। ਇਤਿਹਾਸ ਦੀਆਂ ਕੁਝ ਘਟਨਾਵਾਂ ਜ਼ਿਕਰਯੋਗ ਹੁੰਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਇਹਨਾਂ ਦੀ 4 ਸਾਲ ਦੀ ਉਮਰ ਸੀ। ਵੱਡੇ ਭਰਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ। ਸਾਰਿਆਂ ਨੇ ਸੁੰਦਰ ਬਸਤਰ ਪਹਿਨੇ ਹੋਏ ਹਨ ਅਤੇ ਬਰਾਤ ਵਾਸਤੇ ਤਿਆਰ ਹੋ ਰਹੇ ਹਨ। ਗੁਰੂ ਤੇਗ ਬਹਾਦਰ ਜੀ ਛੋਟਾ ਬੱਚਾ ਹੋਣ ਕਰਕੇ ਇਹਨਾਂ ਨੇ ਵੀ ਸਭ ਤੋਂ ਸੁੰਦਰ ਕੱਪੜੇ ਪਾਏ ਹੋਏ ਹਨ। ਥੋੜੇ ਸਮੇਂ ਬਾਅਦ ਇਹ ਬੱਚਿਆਂ ਦੇ ਨਾਲ ਬਾਹਰ ਖੇਡਣ ਚਲੇ ਗਏ ਅਤੇ ਵਾਪਸ ਆਉਂਦੇ ਹਨ ਤੇ ਨੰਗੇ ਪਿੰਡੇ ਹਨ। ਕੱਪੜੇ ਉਤਾਰ ਕੇ ਕਿਸੇ ਨੂੰ ਦੇ ਆਏ। ਮਾਤਾ ਨਾਨਕੀ ਜੀ ਥੋੜਾ ਜਿਹਾ ਗੁੱਸੇ ਹੋਏ ਤੇ ਆਖਣ ਲੱਗੇ ਕਿ ਬਰਾਤ ਤਾਂ ਤੁਰਨ ਨੂੰ ਤਿਆਰ ਹੈ, ਤੁਸੀਂ ਕੱਪੜੇ ਕਿਸੇ ਨੂੰ ਦੇ ਆਏ ਹੋ। ਆਖਣ ਲੱਗੇ ਕਿ ਕੋਈ ਬੱਚਾ ਠੰਡ ਨਾਲ ਰੋ ਰਿਹਾ ਸੀ। ਮਾਤਾ ਜੀ, ਮੇਰੇ ਤੋਂ ਉਸਦੀ ਠੰਡ ਨਾਲ ਰੋਣਾ ਮੈਨੂੰ ਦੇਖਿਆ ਨਹੀਂ ਮੇਰੇ ਤੋਂ ਗਿਆ ਤੇ ਇਸ ਕਰਕੇ ਮੈਂ ਕੱਪੜੇ ਉਸ ਨੂੰ ਦੇ ਆਇਆ। ਮਾਤਾ ਜੀ, ਮੈਨੂੰ ਤੇ ਕੱਪੜੇ ਤੁਸੀਂ ਹੋਰ ਲੈ ਦੇਵੋਗੇ, ਪਰ ਉਸ ਦੀ ਮਾਤਾ ਉਸ ਨੂੰ ਕੱਪੜੇ ਲੈ ਕੇ ਨਹੀਂ ਦੇ ਸਕਦੀ ਸੀ। ਗੁਰੂ ਹਰਗੋਬਿੰਦ ਜੀ ਗੁੱਸੇ ਹੋਣ ਦੀ ਥਾਂ ਮੁਸਕਰਾ ਕੇ ਕਹਿਣ ਲੱਗੇ ਕਿ ਜਿਹੜਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣਾ ਲਿਬਾਸ ਦੇ ਆਇਆ ਹੈ, ਕੱਲ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇਵੇਗਾ। ਸਤਿਗੁਰ ਗੁਰੂ ਤੇਗ ਬਹਾਦਰ ਜੀ ਗੁਰੂ ਪਿਤਾ ਦੇ ਹੁਕਮ ਦੇ ਨਾਲ ਬਕਾਲੇ ਦੀ ਧਰਤੀ ਤੇ ਆ ਗਏ। ਇੱਥੇ ਇਹਨਾਂ ਨੇ ਲੰਬਾ ਸਮਾਂ 26 ਸਾਲ ਬਤੀਤ ਕੀਤੇ। ਭੋਰੇ ਵਿੱਚ ਰਹਿ ਕੇ ਭਗਤੀ ਕੀਤੀ, ਪ੍ਰਮਾਤਮਾ ਦੀ ਇਬਾਦਤ ਕੀਤੀ। 1664 ਈਸਵੀ ਦੇ ਵਿੱਚ ਜਦੋਂ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਸਾਹਿਬ ਦਿੱਲੀ ਵਿਖੇ ਚੋਲਾ ਛੱਡਣ ਲੱਗੇ ਤਾਂ ਉਹਨਾਂ ਨੇ ਬਚਨ ਕੀਤੇ, ਬਾਬਾ ਵਸੇ ਗ੍ਰਾਮ ਬਕਾਲੇ। ਉਹਨਾਂ ਨੇ ਆਖਿਆ, ਬਾਬਾ ਵਸੇ ਗ੍ਰਾਮ ਬਕਾਲੇ। ਸੰਗਤਾਂ ਨੇ ਪੁੱਛਿਆ ਕਿ ਗੁਰੂ ਜੀ ਕਿਹੜੇ ਬਾਬੇ ਦੀ ਗੱਲ ਕਰਦੇ ਹੋ? ਤਾਂ ਗੁਰੂ ਸਾਹਿਬ ਨੇ ਆਖਿਆ ਕਿ ਸੰਗਤਾਂ ਆਪੇ ਲੱਭ ਲੈਣਗੀਆਂ। ਗੁਰੂ ਤੇਗ ਬਹਾਦਰ ਜੀ
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਬਾਬਾ ਜੀ ਵੀ ਲੱਗਦੇ ਸਨ। ਇਸ ਲਈ ਉਹ ਇਹਨਾਂ ਨੂੰ ਬਾਬਾ ਜੀ ਆਖਦੇ ਸਨ। ਇਸ ਬਾਰੇ ਇਤਿਹਾਸ ਦੇ ਵਿੱਚ ਮੱਖਣ ਸ਼ਾਹ ਲਬਾਣੇ ਦੀ ਗੱਲ ਆਉਂਦੀ ਹੈ ਕਿ ਉਹ ਜਦੋਂ ਬਕਾਲੇ ਆਇਆ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਤੇ ਇੱਕ ਹੋਕਾ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। 1666 ਈਸਵੀ ਵਿੱਚ ਆਪ ਜੀ ਦੇ ਘਰ ਪਰਮਾਤਮਾ ਨੇ ਇੱਕ ਪੁੱਤਰ ਦੀ ਬਖਸ਼ਿਸ਼ ਕੀਤੀ। ਨਾਂ ਰੱਖਿਆ ਗਿਆ ਗੋਬਿੰਦ ਰਾਏ। ਗੁਰੂ ਤੇਗ ਬਹਾਦਰ ਜੀ ਜਦੋਂ ਪੰਜਾਬ ਆਏ ਤਾਂ ਕੀਰਤਪੁਰ ਸਾਹਿਬ ਦੇ ਨੇੜੇ ਮਾਖੋਵਾਲ ਵਿਖੇ ਆਪ ਜੀ ਨੇ ਜ਼ਮੀਨ ਖਰੀਦੀ। ਉਸ ਜ਼ਮੀਨ ਦੇ ਉੱਤੇ ਆਪਣੇ ਮਾਤਾ ਜੀ ਦੇ ਨਾਂ ਤੇ ਇੱਕ ਸ਼ਹਿਰ ਵਸਾਇਆ, ਜਿਸ ਦਾ ਨਾਂ ਰੱਖਿਆ ਚੱਕ ਨਾਨਕੀ। ਜਦੋਂ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਕਿ ਉਸ ਵਕਤ ਨਾਮ ਗੋਬਿੰਦ ਰਾਏ ਸੀ, ਚੱਕ ਨਾਨਕੀ ਆਏ ਤਾਂ ਸੰਗਤਾਂ ਨੇ ਖੁਸ਼ੀ ਦੇ ਵਿੱਚ ਆਨੰਦ ਸਾਹਿਬ ਦਾ ਪਾਠ ਕੀਤਾ। ਇਸ ਸਥਾਨ ਦਾ ਨਾਮ ਗੁਰੂ ਤੇਗ ਬਹਾਦਰ ਜੀ ਨੇ ਬਦਲ ਕੇ ਆਨੰਦਪੁਰ ਸਾਹਿਬ ਰੱਖ ਦਿੱਤਾ। ਦੀਵਾਨ ਸੱਜੇ ਹੋਏ ਨੇ। ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਫਰਿਆਦ ਲੈ ਕੇ ਆਏ। ਪੰਡਤ ਕਿਰਪਾ ਰਾਮ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਆ ਕੇ ਅਰਜ਼ ਗੁਜ਼ਾਰੀ ਕਿ ਔਰੰਗਜ਼ੇਬ ਬਹੁਤ ਜ਼ੁਲਮ ਕਰ ਰਿਹਾ ਹੈ, ਧੱਕੇ ਨਾਲ ਇਸਲਾਮ ਕਬੂਲ ਕਰਵਾ ਰਿਹਾ ਹੈ। ਜਿਹੜਾ ਤਾਂ ਇਸਲਾਮ ਕਬੂਲ ਕਰ ਲੈਂਦਾ ਹੈ, ਉਸ ਦਾ ਜਨੇਊ ਉਤਾਰ ਦਿੱਤਾ ਜਾਂਦਾ ਹੈ। ਜਿਹੜਾ ਇਸਲਾਮ ਕਬੂਲ ਨਹੀਂ ਕਰਦਾ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹਿੰਦੂਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ। ਹਰ ਰੋਜ਼ 1.25 ਮਣ ਜਨੇਊ ਉਤਾਰ ਕੇ ਤਾਂ ਔਰੰਗਜ਼ੇਬ ਸ਼ਾਮ ਨੂੰ ਰੋਟੀ ਖਾਂਦਾ ਸੀ। ਬਹੁਤ ਜ਼ੁਲਮ ਹੋ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਸੋਚੀ ਪੈ ਗਏ। 9.25 ਸਾਲ ਦੇ ਬਾਲਕ ਗੋਬਿੰਦ ਰਾਏ ਕੋਲ ਬੈਠੇ ਨੇ ਤੇ ਪਿਤਾ ਨੂੰ ਪੁੱਛਦੇ ਨੇ ਕਿ ਪਿਤਾ ਜੀ, ਹੁਣ ਇਸ ਸਮੱਸਿਆ ਦਾ ਹੱਲ ਕੀ ਹੋਵੇਗਾ? ਗੁਰੂ ਪਿਤਾ ਆਖਣ ਲੱਗੇ ਕਿ ਕਿਸੇ ਵੱਡੇ ਮਹਾਂਪੁਰਖ ਦੀ, ਧਰਮੀ ਬੰਦੇ ਦੀ ਕੁਰਬਾਨੀ ਦੀ ਲੋੜ ਹੈ। ਬਾਲਕ ਗੋਬਿੰਦ ਰਾਏ ਜੀ ਆਖਣ ਲੱਗੇ, ਪਿਤਾ ਜੀ, ਆਪ ਨਾਲੋਂ ਵੱਡਾ ਮਹਾਂਪੁਰਸ਼ ਤੇ ਧਰਮੀ ਹੋਰ ਕੌਣ ਹੋ ਸਕਦਾ? ਗੁਰੂ ਪਿਤਾ ਜੀ ਆਖਣ ਲੱਗੇ, ਲਾਲ ਜੀ, ਸੋਚਦਾ ਹਾਂ ਕਿ ਤੁਸੀਂ ਅਜੇ ਛੋਟੇ ਹੋ, ਅਨਾਥ ਹੋ ਜਾਓਗੇ। ਤੁਹਾਡੇ ਮਾਤਾ ਜੀ ਵਿਧਵਾ ਹੋ ਜਾਣਗੇ। ਪਰ ਬਾਲਕ ਗੋਬਿੰਦ ਰਾਏ ਜੀ ਆਖਣ ਲੱਗੇ, ਜੇ ਹਿੰਦੂ ਬਾਲਕ, ਲੱਖਾਂ ਬਾਲਕ ਇਸ ਦੇਸ਼ ਦੇ ਅਨਾਥ ਹੋਣ ਤੋਂ ਬਚ ਜਾਣ, ਜੇ ਲੱਖਾਂ ਹਿੰਦੂ ਔਰਤਾਂ ਵਿਧਵਾ ਹੋਣ ਤੋਂ ਬਚ ਜਾਣ, ਪਿਤਾ ਜੀ, ਮੈਨੂੰ ਅਨਾਥ ਹੋ ਜਾਣ ਦਿਓ, ਮੇਰੇ ਮਾਤਾ ਜੀ ਨੂੰ ਵਿਧਵਾ ਹੋ ਜਾਣ ਦਿਓ। ਪੁੱਤਰ ਦੀ ਗੱਲ ਸੁਣ ਕੇ ਗੁਰੂ ਪਿਤਾ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਗਏ ਤੇ ਕਿਰਪਾ ਰਾਮ ਨੂੰ ਆਖਿਆ ਕਿ ਜਾਓ, ਉਹਨਾਂ ਨੂੰ ਆਖ ਦਿਓ, ਮੁਗਲਾਂ ਨੂੰ ਆਖ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਕਰ ਲਵੋ ਤੇ ਫਿਰ ਅਸੀਂ ਵੀ ਧਰਮ ਕਬੂਲ ਲਵਾਂਗੇ, ਇਸਲਾਮ ਕਬੂਲ ਲਵਾਂਗੇ। ਇਹ ਗੱਲ ਸੁਣ ਕੇ ਪੰਡਤ ਕਿਰਪਾ ਰਾਮ ਉੱਥੋਂ ਚਲੇ ਗਏ। ਗੁਰੂ ਤੇਗ ਬਹਾਦਰ ਜੀ ਨੇ ਸਾਰੀ ਸੰਗਤ ਇਕੱਠੀ ਕੀਤੀ। ਉਹਨਾਂ ਨੂੰ ਦੱਸਿਆ ਕਿ ਕਸ਼ਮੀਰੀ ਪੰਡਤਾਂ ਦੀ ਕੀ ਸਮੱਸਿਆ ਹੈ।
ਦੱਸਿਆ ਕਿ ਕਸ਼ਮੀਰੀ ਪੰਡਤਾਂ ਨੂੰ ਧੱਕੇ ਨਾਲ ਇਸਲਾਮ ਕਬੂਲ ਕਰਾਇਆ ਜਾ ਰਿਹਾ ਹੈ, ਜਿਸ ਵਾਸਤੇ ਕੁਰਬਾਨੀ ਦੀ ਜ਼ਰੂਰਤ ਹੈ। ਹੁਣ ਪਤਾ ਹੈ ਕਿ ਵਾਪਸ ਨਹੀਂ ਆਉਣਾ, ਪਰ ਫਿਰ ਵੀ 5 ਸਿੰਘ ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਸਤੀਦਾਸ, ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਨਾਲ ਜਾਣ ਵਾਸਤੇ ਤਿਆਰ ਹੋ ਗਏ। ਆਗਰੇ ਦੀ ਧਰਤੀ ਤੇ ਪਹੁੰਚ ਗਏ। ਹਸਨ ਅਲੀ ਰਾਹੀਂ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਕਾਜੀ ਭੇਜਿਆ ਗਿਆ ਇਹਨਾਂ ਦੇ ਕੋਲ ਤੇ ਇਹਨਾਂ ਨੂੰ ਕਿਹਾ ਗਿਆ ਕਿ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਇਸਲਾਮ ਕਬੂਲ ਕਰ ਲਓ। ਪਰ ਇਹਨਾਂ ਨੇ ਇਸਲਾਮ ਕਬੂਲ ਨਾ ਕਰਨ ਵਾਸਤੇ ਕਿਹਾ ਕਿ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਦੇ ਦਿਓ। ਇਹਨਾਂ ਨਾਲੋਂ ਪਹਿਲਾਂ ਹੀ 2 ਸਿੱਖ ਅਲੱਗ ਹੋ ਗਏ ਸੀ, ਭਾਈ ਉਦਾ ਜੀ ਤੇ ਭਾਈ ਗੁਰਦਿੱਤਾ ਜੀ। ਜਿਹੜੇ ਗ੍ਰਿਫਤਾਰ ਹੋਏ ਸੀ ਉਹ 3 ਸਿੱਖ ਸੀਗੇ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਅਤੇ ਗੁਰੂ ਤੇਗ ਬਹਾਦਰ ਜੀ। ਚਾਂਦਨੀ ਚੌਕ ਜਿਹੜੀ ਕਿ ਕਤਲਗਾਹ ਹੈ, ਉਸ ਟਾਈਮ ਕਤਲਗਾਹ ਸੀ, ਉੱਥੇ ਇਹਨਾਂ ਨੂੰ ਲਿਆਂਦਾ ਗਿਆ। ਬਹੁਤ ਲੋਕ ਇਕੱਠੇ ਹੋਏ ਦੇਖਣ ਵਾਸਤੇ। ਭਾਈ ਮਤੀਦਾਸ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ। ਜਦੋਂ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਤਾਂ ਜ਼ਾਲਮਾਂ ਨੇ ਸੋਚਿਆ ਕਿ ਭਾਈ ਸਤੀਦਾਸ, ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਜੀ ਡਰ ਜਾਣਗੇ ਅਤੇ ਡਰ ਕੇ ਇਸਲਾਮ ਕਬੂਲ ਕਰ ਲੈਣਗੇ। ਪਰ ਇਹਨਾਂ ਨੇ ਡਰਨ ਦੀ ਥਾਂ ਤੇ ਸਗੋਂ ਹੋਰ ਵੀ ਹੌਸਲੇ ਬੁਲੰਦ ਹੋਏ। ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਆਖਣ ਲੱਗੇ ਕਿ ਇਸਲਾਮ ਕਬੂਲ ਨਹੀਂ ਕਰਾਂਗੇ। ਭਾਈ ਦਿਆਲਾ ਜੀ ਨੂੰ ਤੇਗ ਵਿੱਚ ਪਾ ਕੇ, ਗਰਮ ਪਾਣੀ ਵਿੱਚ ਪਾ ਕੇ ਉਬਾਲਣ ਦਾ ਹੁਕਮ ਹੋਇਆ। ਅੱਗ ਬਾਲ ਦਿੱਤੀ ਗਈ ਲੱਕੜਾਂ ਦੀ, ਤੇਗ ਵਿੱਚ ਪਾ ਕੇ, ਵੱਡੇ ਪਾਣੀ ਦੇ ਵੱਡੀ ਤੇਗ ਵਿੱਚ ਪਾ ਕੇ ਉਬਾਲਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਸਤੀਦਾਸ ਜੀ ਨੂੰ ਜਿਉਂਦਿਆਂ ਨੂੰ ਹੀ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਇਸ ਤਰ੍ਹਾਂ ਉਹ ਜਲ ਕੇ ਸ਼ਹੀਦ ਹੋ ਗਏ। ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਸੀ, ਉਹਨਾਂ ਨੂੰ ਜਲਾਦਾਂ ਨੇ ਪੁੱਛਿਆ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ। ਪਰ ਗੁਰੂ ਜੀ, ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਡਰ ਗਏ ਹੋਣਗੇ। ਇਹਨਾਂ ਦੇ ਸਾਹਮਣੇ 3 ਜਣਿਆਂ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਹੈ, ਪਰ ਗੁਰੂ ਜੀ ਨੇ ਆਖਿਆ ਕਿ ਉਹ ਤਾਂ ਸ਼ਹੀਦੀ ਹੀ ਦੇਣਗੇ, ਇਸਲਾਮ ਕਬੂਲ ਨਹੀਂ ਕਰਨਗੇ। ਫਿਰ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਉਹਨਾਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਦੋਂ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ, ਉਹਨਾਂ ਨੇ ਸਿਰ ਨੀਵਾਂ ਕੀਤਾ ਤਾਂ ਜਲਾਦ ਨੇ ਵਾਰ ਕਰਕੇ ਉਹਨਾਂ ਦਾ ਸਿਰ ਉਹਨਾਂ ਦੇ ਧੜ ਨਾਲੋਂ ਅਲੱਗ ਕਰ ਦਿੱਤਾ। 11 ਨਵੰਬਰ 1675 ਵਾਲੇ ਦਿਨ ਤਿਲਕ ਤੇ ਜਨੇਊ ਦੀ ਰਾਖੀ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣਾ ਬਲੀਦਾਨ ਦੇ ਗਏ। ਸੀਸ ਧੜ ਨਾਲੋਂ ਅਲੱਗ ਹੋ ਗਿਆ। ਭਾਈ ਜੈਤਾ ਜੀ, ਜਿਹੜੇ ਕਿ ਲੋਕਾਂ ਦੀ ਭੀੜ ਵਿੱਚ ਹੀ ਆਏ ਹੋਏ ਸਨ, ਬੜੀ ਚਿੰਤਾ ਵਿੱਚ ਨੇ ਕਿ ਸੀਸ ਦੀ ਬੇਅਦਬੀ ਨਾ ਹੋ ਜਾਵੇ। ਬੜੀ ਜ਼ੋਰ ਦੀ ਹਨੇਰੀ ਆਈ ਤਾਂ ਸਾਰੇ ਲੋਕ ਤੇ ਸਿਪਾਹੀ ਵੀ ਭੱਜ ਗਏ। ਹਨੇਰਾ ਹੋ ਗਿਆ। ਹਨੇਰੇ ਦਾ ਲਾਭ ਉਠਾ ਕੇ ਭਾਈ ਜੈਤਾ ਜੀ ਨੇ ਸੀਸ ਚੁੱਕਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲ ਭੱਜ ਤੁਰੇ। ਭਾਈ ਜੈਤਾ ਜੀ, ਜਿਹੜੇ ਕਿ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣ ਗਏ, ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਦੇਖ ਕੇ ਉਹਨਾਂ ਨੂੰ ਗਲ ਨਾਲ ਲਾ ਲਿਆ ਤੇ ਆਖਿਆ, ਰੰਗਰੇਟੇ ਗੁਰੂ ਦੇ ਬੇਟੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਤੇ ਅਖੀਰ ਵਿੱਚ ਮੈਂ ਕਿਸੇ ਕਵੀ ਦੀਆਂ ਲਿਖੀਆਂ ਹੋਈਆਂ 2 ਲਾਈਨਾਂ ਕਹਾਂਗੀ।
ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ, ਭਾਰਤ ਵਰਸ਼ ਤਰੱਕੀਆਂ ਕਰ ਰਿਹਾ ਹੈ। ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਲਹੂ ਤੇਗ ਬਹਾਦਰ ਦਾ ਬਲ ਰਿਹਾ। ਧੰਨਵਾਦ ਜੀ।